श्री वाहिगुरु जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद चकर चिन्ह अर बरन जात अर पात नहन जेहे रूप रंग अर रेख एक को कह न सकत केह अचल मूरत अनभउ प्रकाश अमितोज कहजै कोट इंद्राण साहे सहान गणिजै तरे भवन महीप सुर नर असुर नेत नेत बान तृण कहत तव सर्भ नाम कथय कवन कर्म नाम बरनत समत तव सर्ब नाम कथय कवन कर्म नाम बरनत समत माधो जल की प्यास न जाए जल मह अगन उठी अध कहे तू जल निध हो जल का मीन जल में रहो जल बिन खीन तू पिंजर हो सुअटा तोर जम मंजार कहाँ कर मोर तू तरवर हो पंखी आहे मंद भागी तेरो दर्शन नाहे तू सतगुर हो नौतन चेला कह कबीर मिले अंत की बेला तू सतगुर हो नौतन चेला कह कबीर मिल अंत की बेला हम अवगुण परे एक गुण नाही अमृत छाड़ बिख बिख खाई माया मोह परम पै भूले सुत दारा स्यो प्रीत लगाई उत्तम पंथ सुन्यो गुर संगत तेह मिलंत जम त्रास मिटाई एक अरदास पाठ कीरत की गुर रामदास राखो सरनाई सकहो टल गुर सेविय
ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹੰਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਗੋਂਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ। ਜੇ ਮਨ ਚਿਤ ਆਸ ਰਖਹਿ ਹਰ ਉਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨ ਗਵਾਈ। ਜੇ ਮਨ ਚਿਤ ਆਸ ਰਖਹਿ ਹਰ ਉਪਰ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛ ਜੋ ਜੀਏ ਵਰਤੈ ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨਾ ਗਵਾਈ। ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾ ਨਿਫਲ ਆਸ ਸਭ ਬਿਰਥੀ ਜਾਈ। ਰਹਾਉ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ। ਇਨ ਕੈ ਕਿਛ ਹਾਥ ਨਹੀਂ ਕਹਾਂ ਕਰਹਿ ਇਹ ਬਪੜੇ ਇਨ ਕਾ ਵਾਹਿਆ ਕਛ ਨ ਵਸਾਈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਧਾਰੈ ਤੇਰਾ ਕੁਟੰਬ ਸਭ ਛਡਾਈ। ਜੇ ਕਿਛ ਆਸ ਆਵਰ ਕਰਹਿ ਪਰਮਿਤਰੀ ਮਤ ਤੂੰ ਜਾਣੈ ਤੇਰਾ ਕਿਤੈ ਕੰਮ ਆਈ। ਇਹ ਆਸ ਪਰਮਿਤਰੀ ਭਾਉ ਦੂਜਾ ਖਿਨ ਮਹਿ ਝੂਠ ਬਿਨਸ ਸਭ ਜਾਈ। ਮੇਰੇ ਮਨ
ਆਸਾ ਕਰ ਹਰ ਪ੍ਰੀਤਮ ਸਾਚੇ ਕੀ, ਜੋ ਤੇਰਾ ਘਾਲਿਆ ਸਭ ਥਾਏ ਪਾਈ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਜੈਸੀ ਤੂੰ ਆਸ ਕਰਾਵੈ ਤੈਸੀ ਕੋ ਆਸ ਕਰਾਈ। ਕਿਛ ਕਿਸੀ ਕੈ ਹੱਥ ਨਾਹੀ ਮੇਰੇ ਸੁਆਮੀ, ਐਸੀ ਮੇਰਾ ਸਤਿਗੁਰ ਬੂਝ 부ਝਾਈ। ਜਨ ਨਾਨਕ ਕੀ ਆਸ ਤੂੰ ਜਾਣੈ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਕਿਛ ਕਿਸੀ ਕੈ ਹੱਥ ਨਾਹੀ ਮੇਰੇ ਸੁਆਮੀ, ਐਸੀ ਮੇਰਾ ਸਤਿਗੁਰ ਬੂਝ 부ਝਾਈ। ਜਨ ਨਾਨਕ ਕੀ ਆਸ ਤੂੰ ਜਾਣ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਹਾਜ਼ਰਾਂ ਹਜ਼ੂਰ, ਜਾਹਰਾਂ ਜਹੂਰ, ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲੀਆਂ ਕਰ ਰਹੇ ਹੋ। ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਜਗਤ ਗੁਰੂ ਬਾਬਾ ਜੀ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਦੇ ਕੀਰਤਨ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਸ੍ਰੀ ਮੁਖ ਵਾਕ ਹੁਕਮਨਾਮਾ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਸਾਡੇ ਪ੍ਰਤੀ ਉਚਾਰਨ ਕੀਤਾ ਹੈ, ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਸੋਢੀ ਸੁਲਤਾਨ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦੇ ਹੋਏ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ। ਮੂਲ ਮੰਤਰ ਮੰਗਲਾਚਰਨ। ਇੱਥੋਂ ਰਾਗ ਗੌਂਡ ਦੀ ਆਰੰਭਤਾ ਹੋ ਰਹੀ। ਇੱਕ ਦਾ ਮਤਲਬ ਜਿਸ ਵਰਗਾ ਕੋਈ ਦੂਜਾ ਨਹੀਂ ਹੈ, ਅਦੁੱਤੀ। ਅਦੁੱਤੀ ਇੱਕ, ਜਿਸ ਵਰਗਾ ਕੋਈ ਦੂਜਾ ਨਹੀਂ। ਉਸੇ ਇੱਕ ਦਾ ਨੂਰ ਹੈ, ਉਸੇ ਇੱਕ ਦਾ ਪ੍ਰਕਾਸ਼ ਹੈ ਸਾਰੇ ਸੰਸਾਰ ਵਿੱਚ। ਔਰ ਉਸ ਪ੍ਰਕਾਸ਼ ਨੂੰ ਮਹਾਰਾਜ ਜੀ ਨੇ ਕਿਹਾ ਓੰਕਾਰ।
ਇੱਕ ਦਾ ਹੀ ਨੂਰ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ, ਇੱਕ ਪ੍ਰਕਾਸ਼ ਤੋਂ। ਇੱਕ ਦਾ ਹੀ ਨੂਰ ਹੈ, ਇੱਕ ਦਾ ਹੀ ਪ੍ਰਕਾਸ਼ ਹੈ। ਔਰ ਉਹ ਇੱਕ ਹੈ, ਉੱਥੇ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਫਿਰ ਉਹਦਾ ਨਾਮ ਹੀ ਸਤ ਹੈ। ਸਤ ਨਾਮ, ਉਹਦਾ ਨਾਮ ਹੀ ਸਤ ਹੈ। ਜਦੋਂ ਸਤ ਨਾਮ ਕਿਹਾ, ਫਿਰ ਬਾਕੀ ਸਭ ਕੁਝ ਦਾ ਆਪਣੇ ਆਪ ਹੀ ਖੰਡਨ ਹੋ ਜਾਂਦਾ। ਜਿਵੇਂ ਦਿਨ ਕਹਿੰਦੇ ਆ ਰਾਤ ਦਾ ਖੰਡਨ ਹੋ ਜਾਂਦਾ, ਏਦਾਂ ਸਤ ਨਾਮ ਕਹਿੰਦੇ ਆ ਜੋ ਕੂੜ ਹੈ, ਝੂਠ ਹੈ, ਉਹ ਖੰਡਿਆ ਜਾਂਦਾ, ਆਪਣੇ ਆਪ ਹੀ ਖੰਡਿਆ ਜਾਂਦਾ। ਝੂਠ ਕੀ ਹੈ? ਇਹ ਸਾਰਾ ਸੰਸਾਰ ਨਸ਼ਵਰ ਹੈ, ਬਿਨਸਣੇ ਵਾਲਾ ਹੈ, ਪਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਹਸਤੀ ਹੈ ਨਾ, ਉਹਦਾ ਜਿਹੜਾ ਸਵਰੂਪ ਹੈ, ਉਹ ਤਿੰਨਾਂ ਕਾਲਾਂ ਵਿੱਚ ਸਤ ਹੈ। ਉਹ ਕਦੇ ਨਹੀਂ ਬਿਨਸਦਾ, ਇਸ ਕਰਕੇ ਉਹਨੂੰ ਕਿਹਾ ਅਬਨਾਸੀ। ਜੋ ਤਰਈ ਕਾਲ ਸਤ ਹੈ, ਤਿੰਨਾਂ ਕਾਲਾਂ 'ਚ ਰਹਿੰਦਾ ਹੈ, ਉਹਨੂੰ ਕਹਿੰਦੇ ਆ ਸਤ। ਤੋ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜੋ ਅੰਮ੍ਰਿਤ ਨਾਮ ਹੈ, ਉਹ ਸਤ ਹੈ, ਤਿੰਨਾਂ ਕਾਲਾਂ ਵਿੱਚ ਸਤ ਹੈ। ਕਰਤਾ ਪੁਰਖ, ਫਿਰ ਉਹ ਸਾਰੇ ਜਗਤ ਦਾ ਕਰਤਾ ਹੈ। ਇਹ ਸਾਰਾ ਸੰਸਾਰ ਉਸੇ ਦਾ ਕੀਤਾ ਹੋਇਆ। ਉਸ ਨਿਰੰਕਾਰ ਵਿਧਾਤੇ ਤੋਂ ਬਿਨਾਂ ਕੋਈ ਦੂਜਾ ਕਰਤਾ ਨਹੀਂ, ਉਹੀ ਕਰਤਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਕੀਤੀ ਹੋਈ ਹੈ। ਪੁਰਖ ਕਰਕੇ ਫਿਰ ਸਾਰਿਆਂ ਵਿੱਚ ਪੂਰਿਆ ਵੀ ਹੋਇਆ, ਬਣਾ ਕੇ ਫਿਰ, ਕਿਉਂਕਿ ਕੁਦਰਤ ਕਰਕੇ ਵਸਿਆ ਸੋਏ, ਬਣਾ ਕੇ ਸਾਰਾ ਕੁਝ ਫਿਰ ਉਹਦੇ ਚ ਵਸਦਾ ਵੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਦੋਂ ਵਿੱਚ ਵਸਦਾ ਉਦੋਂ ਕਹਿੰਦੇ ਨੇ ਪੁਰਖ। ਕਰਕੇ ਫਿਰ ਸਾਰਿਆਂ ਵਿੱਚ ਵਸਦਾ, ਸਾਰਿਆਂ 'ਚ ਰਹਿੰਦਾ, ਇਸ ਕਰਕੇ ਉਸ ਨੂੰ ਪੁਰਖ ਕਿਹਾ। ਹਾਂਜੀ, ਨਿਰਭਉ, ਵਾਹਿਗੁਰੂ ਨਿਰਭਉ ਹੈ। ਉਹਨੂੰ ਕਿਸੇ ਦਾ ਭਉ ਤੇ ਖੌਫ ਨਹੀਂ, ਉਹ ਡਰਦਾ ਨਹੀਂ ਹੈ ਕਿਸੇ ਤੋਂ। ਡਰੇ ਕਿਉਂ ਕਿਸੇ ਤੋਂ? ਕਿਉਂਕਿ ਉਹਦੇ ਤੋਂ ਕੋਈ ਵੱਡਾ ਹੈ ਹੀ ਨਹੀਂ ਜਿਹਦੇ ਤੋਂ ਡਰੇ। ਉਹੀ ਜੋ ਹੈ, ਜਦੋਂ ਉਹ ਆਪ ਹੀ ਆਪ ਹੈ, ਫਿਰ ਡਰ ਕਿਸ ਦਾ? ਉਹਦੇ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ, ਫਿਰ ਡਰ ਕਿਸ ਦਾ? ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦਾ ਜੋ ਸਵਰੂਪ ਹੈ, ਉਹ ਨਿਰਭਉ ਹੈ। ਤਦੇ 10 ਲੱਖ ਦੇ ਘੇਰੇ ਚੋਂ ਜਾਣ ਵੇਲੇ ਵੀ ਤਾੜੀ ਮਾਰ ਕੇ ਜਾਂਦੇ ਨੇ ਕਲਗੀਧਰ ਪਾਤਸ਼ਾਹ। ਇਹ ਸਤਿਗੁਰਾਂ ਦੀ ਨਿਰਭੈਤਾ ਤੇ ਨਿਡਰਤਾ ਦਾ ਪ੍ਰਮਾਣ ਹੈ। ਜਿਸ ਬਾਦਸ਼ਾਹ ਦਾ ਨਾਂ ਲੈਣ ਤੋਂ ਲੋਕ ਡਰਦੇ ਨੇ, ਉਹਦੇ ਸਾਹਮਣੇ ਮੱਥਾ ਢਾ ਕੇ ਉਹਦੀਆਂ ਫੌਜਾਂ ਨਾਲ ਲੜਨਾ ਤੇ ਜੰਗ ਕਰਨਾ, ਔਰ ਕੱਲਾ ਜੰਗ ਹੀ ਨਾ ਕਰਨਾ, ਜੰਗ 'ਚ ਜਿੱਤ ਪ੍ਰਾਪਤ ਕਰਕੇ ਬਕਾਇਦਾ ਜੰਗ ਦੀ ਚਿੱਠੀ ਉਹਨੂੰ ਭੇਜਣੀ, ਇਹ ਸਤਿਗੁਰਾਂ ਦੀ ਨਿਡਰਤਾ ਤੇ ਨਿਰਭੈਤਾ ਦਾ ਪ੍ਰਤੱਖ ਪ੍ਰਮਾਣ ਹੈ। ਮੇਰੇ ਸਾਹਿਬ ਜੀ ਨਿਰਭਉ ਹਨ, ਉਹਨਾਂ ਅੰਦਰ ਕਿਸੇ ਦਾ ਭਉ ਨਹੀਂ। ਨਿਰਵੈਰ, ਫਿਰ ਮੇਰੇ ਸਾਹਿਬ ਦਾ ਸਵਰੂਪ ਨਿਰਵੈਰ ਵੀ ਹੈ। ਉਹਨਾਂ ਦਾ ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਵੀ ਵੈਰ ਨਹੀਂ। ਅਕਾਲ ਪੁਰਖ ਵਾਹਿਗੁਰੂ ਜੀ ਕਿਹਦੇ ਨਾਲ ਵੈਰ ਕਰਨਗੇ? ਜਦੋਂ ਸਭ ਕੁਝ ਉਹਨਾਂ ਨੇ ਆਪਣੀ ਅੰਸ਼ ਤੋਂ ਪੈਦਾ ਕੀਤਾ, ਤੇ ਫਿਰ ਆਪਣੀ ਅੰਸ਼ ਨਾਲ ਵੈਰ ਕਾਹਦਾ ਭਾਈ? ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੀ ਵੈਰ ਨਹੀਂ। ਅਕਾਲ ਮੂਰਤ, ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਵਿਧਾਤਾ। ਅਕਾਲ, ਅਕਾਲ ਦਾ ਮਤਲਬ ਹੈ ਜਿਹੜਾ ਕਾਲ ਤੋਂ ਅਤੀਤ ਹੈ, ਵੱਖਰਾ ਹੈ।
ਉਹਦੀ ਮੂਰਤ ਹੈ ਨਾ, ਜਿਹੜੀ ਉਹਦੀ ਹਸਤੀ ਹੈ, ਉਹ ਅਕਾਲ ਹੈ, ਉਹ ਕਦੇ ਬਿਨਸਦੀ ਨਹੀਂ। ਦੁਨੀਆ ਦੀ ਹਰ ਮੂਰਤ ਬਿਨਸਦੀ ਹੈ, ਕਿਸੇ ਧਾਤ ਦੀ ਬਣੀ ਹੋਵੇ, ਕਿਸੇ ਮਿੱਟੀ ਦੀ ਬਣੀ ਹੋਵੇ, ਉਹ ਸਾਰੀਆਂ ਮਿਟ ਜਾਂਦੀਆਂ ਨੇ, ਬਿਨਸ ਜਾਂਦੀਆਂ ਨੇ। ਪਰ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਜਿਹੜੀ ਮੂਰਤ ਹੈ, ਉਹ ਕਦੇ ਬਿਨਸਦੀ ਨਹੀਂ, ਕਿਉਂਕਿ ਉਹ ਕਾਲ ਦੇ ਵਿੱਚ ਨਹੀਂ ਹੈ, ਕਾਲ ਤੋਂ ਬਾਹਰ ਹੈ, ਪਰੇ। ਹਰ ਸ਼ੈ ਕਾਲ ਦੇ ਅੰਦਰ ਹੈ। ਕਾਲ ਪੈਦਾ ਕਰ ਰਿਹਾ ਹੈ, ਕਾਲ ਹੀ ਬਣਾ ਰਿਹਾ ਹੈ, ਤੇ ਕਾਲ ਹੀ ਆਪਣੇ ਵਿੱਚ ਸਮੇਟ ਰਿਹਾ ਹੈ। ਜਲ ਕਹਾਂ ਥਲ ਕਹਾਂ ਗगन के गौन कहाँ, काल के बनाए सब है काल ही चबाहेंगे। काल ਦਾ ਹੀ ਪਸਾਰਾ ਨਾ, ਸਕਲ ਕਾਲ ਕਾ ਕੀਆ ਤਮਾਸ਼ਾ। ਪਰ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਅਕਾਲ ਹੈ, ਉਹ ਕਾਲ ਦੇ ਦਾਇਰੇ ਵਿੱਚ ਨਹੀਂ ਆਉਂਦਾ। ਉਹਦੀ ਹਸਤੀ ਅਕਾਲ ਹੈ, ਉਹਦਾ ਵਜੂਦ ਅਕਾਲ ਹੈ। ਅਜੂਨੀ, ਫਿਰ ਉਹ ਅਜੂਨੀ ਹੈ, ਉਹ ਕਿਸੇ ਜੂਨੀ 'ਚ ਨਹੀਂ ਆਉਂਦਾ, ਜੂਨੀਆਂ ਤੋਂ ਰਹਿਤ ਹੈ। ਹਾਂਜੀ। ਸੈ ਭੰ, ਸਵਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਬਣਿਆ, ਉਹਨੂੰ ਕਿਸੇ ਨੇ ਬਣਾਇਆ ਨਹੀਂ, ਉਹ ਆਪਣੇ ਆਪ ਤੋਂ ਬਣਿਆ, ਆਪਣੇ ਆਪ ਤੋਂ ਪ੍ਰਕਾਸ਼ਣੇ ਵਾਲਾ। ਸੈ ਭੰ ਸਵਤੇ ਪ੍ਰਕਾਸ਼। ਜੋ ਐਸਾ ਰੱਬ ਹੈ ਜਿਹਦੇ ਬਾਰੇ ਉੱਪਰ ਵਰਣਨ ਹੋਇਆ ਮੂਲ ਮੰਤਰ ਵਿੱਚ। ਖਾਲਸਾ ਜੀ, ਇਹੋ ਜੀ ਵੱਡੀ ਦਾਤ ਸਤਿਗੁਰੂ ਜੀ ਨੇ ਮੂਲ ਮੰਤਰ ਦੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਕਲਗੀਧਰ ਪਾਤਸ਼ਾਹ ਨੇ ਸਰਬਲੋਕ ਗ੍ਰੰਥ ਵਿੱਚ ਮੂਲ ਮੰਤਰ ਦੀ ਮਹਿਮਾ ਕਰਦਿਆਂ ਕਿਹਾ, ਇਹ ਮੂਲ ਮੰਤਰ ਸੁੱਚਾ ਮੰਤਰ ਹੈ। ਦੁਨੀਆ ਦੇ ਜਿਤਨੇ ਮੰਤਰ ਨੇ, ਉਹਨਾਂ ਸਾਰੇ ਮੰਤਰਾਂ ਵਿੱਚੋਂ ਵੱਡਾ ਸਿਰਮੌਰ ਤੇ ਮਹਾ ਮੰਤਰ ਹੈ ਸੁੱਚਾ ਮੰਤਰ, ਯਾਨੀ ਕਿ ਜੋ ਖੁਦ ਨਿਰੰਕਾਰ ਦੇ ਮੁਖ ਚੋਂ ਉਚਰਿਆ ਗਿਆ, ਸੁੱਚਾ, ਪਵਿੱਤਰ। ਇਸ ਪਵਿੱਤਰ ਮੰਤਰ ਦੇ ਬਰਾਬਰ ਦੁਨੀਆ 'ਚ ਕੋਈ ਮੰਤਰ ਨਹੀਂ। ਮੂਲ ਮੰਤਰ ਸਾਰੇ ਮੰਤਰਾਂ ਦਾ ਮੂਲ ਕਹਿ ਸਕਦੇ ਹਾਂ, ਜੜ ਕਹਿ ਸਕਦੇ ਹਾਂ। ਇਹ ਜਗਤ ਗੁਰੂ ਬਾਬਾ ਜੀ ਦੇ ਹਿਰਦੇ 'ਚ ਉਤਪਨ ਹੋਇਆ, ਔਰ ਮੂਲ ਮੰਤਰ ਬਾਬਤ ਐਸੀ ਮਹਾਂਪੁਰਸ਼ਾਂ ਨੇ ਵਿਆਖਿਆ ਕੀਤੀ ਹੈ ਕਿ ਵੇਈ ਨਦੀ ਵਿੱਚ ਜਿਸ ਵੇਲੇ ਸਤਿਗੁਰਾਂ ਨੇ ਚੁੱਭੀ ਲਾਈ ਤੇ 3 ਦਿਨ ਮਹਾਰਾਜ ਜੀ ਵੇਈ ਚੋਂ ਬਾਹਰ ਨਹੀਂ ਆਏ, ਉਹਨਾਂ 3 ਦਿਨਾਂ ਦੇ ਦੌਰਾਨ ਗੁਰੂ ਬਾਬਾ ਜੀ ਸੱਚਖੰਡ ਵਿੱਚ ਨਿਰੰਕਾਰ ਦੀ ਹਜ਼ੂਰੀ 'ਚ ਪਹੁੰਚੇ। ਤੋ ਨਿਰੰਕਾਰ ਜੀ ਨੇ ਖੁਦ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਪਾਵਨ ਪਵਿੱਤਰ ਮੰਤਰ ਦੀ ਦਾਤ, ਮੂਲ ਮੰਤਰ ਦੀ ਦਾਤ ਬਖਸ਼ਿਸ਼ ਕੀਤੀ। ਔਰ ਗੁਰਦੁਆਰਾ ਸੰਤ ਘਾਟ ਸਾਹਿਬ ਵਿਖੇ ਪ੍ਰਗਟ ਹੋ ਕੇ ਸਤਿਗੁਰੂ ਜੀ ਨੇ ਮੂਲ ਮੰਤਰ ਸੰਸਾਰ ਦੇ ਪ੍ਰਾਣੀਆਂ ਨੂੰ ਬਖਸ਼ਿਸ਼ ਕਰਕੇ ਨਿਹਾਲ ਕੀਤਾ, ਕਿਰਤਾਰਥ ਕੀਤਾ। ਤੋ ਐਸਾ ਇਹ ਪਾਵਨ ਪਵਿੱਤਰ ਮੂਲ ਮੰਤਰ ਜਿਸ ਵਿੱਚ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਿਧਾਤੇ ਦੀ ਸਰੂਪ ਦਾ ਵਰਣਨ ਹੈ, ਤੇ ਸਰੂਪ ਦਾ ਵਰਣਨ ਕਰਕੇ ਕਿ ਉਹ ਕੈਸਾ ਹੈ ਉੱਪਰ ਦੱਸ ਦਿੱਤਾ ਹੈ। ਹੁਣ ਪੁੱਛਿਆ ਹੈ ਗੁਰੂ ਬਾਬਾ ਜੀ ਨੂੰ, ਹੇ ਗੁਰੂ ਨਾਨਕ ਸਾਹਿਬ, ਕਿਰਪਾ ਕਰਕੇ ਦੱਸੋ, ਜਿਸ ਪਰਮਾਤਮਾ ਦੇ ਸਰੂਪ ਬਾਰੇ, ਉਹਦੇ ਸਰੂਪ ਦੇ ਲੱਛਣ ਆਪ ਜੀ ਨੇ ਕੀਤੇ ਹਨ, ਦੱਸੇ ਹਨ, ਉਹ ਪਰਮਾਤਮਾ ਮਿਲਦਾ ਕਿਵੇਂ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਗੁਰ ਪ੍ਰਸਾਦ। ਤੋ ਗੁਰਦੇਵ ਨੇ ਬਚਨ ਕਹੇ, ਐ ਗੁਰ ਸਿੱਖੋ, ਗੁਰੂ ਦੀ ਕਿਰਪਾ ਦੁਆਰਾ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ। ਇਹ ਮੰਗਲਾਚਰਨ ਕਰਕੇ ਮਹਾਰਾਜ ਰਾਗ ਗਾਉਣ ਦੀ ਪ੍ਰਾਰੰਭਤਾ ਕਰਦੇ ਹਨ। ਰਾਗ ਗੋਂਡ ਚੌਪਦੇ ਮਹੱਲਾ ਚੌਥਾ ਘਰ ਪਹਿਲਾ। ਰਾਗ ਗਾਉਂਡ ਹੈ,
ਸ਼ਬਦ ਦੇ 4 ਪਦੇ ਹਨ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ ਔਰ ਪਹਿਲੇ ਘਰ ਸੁਰਤਾਲ ਵਿੱਚ ਇਸ ਪਵਿੱਤਰ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਜੇ ਮਨ ਚਿਤ ਆਸ ਰਖੈ ਹਰਿ ਉਪਰ, ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹੇ ਮੇਰਿਆ ਮਨਾ, ਹੇ ਮੇਰਿਆ ਚਿੱਤਾ, ਹੇ ਮੇਰੇ ਮਨ, ਜੇ ਤੂੰ ਆਪਣੇ ਚਿੱਤ ਵਿੱਚ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਆਸ ਰੱਖੇ। ਆਸ ਰੱਖਣੀ ਵੀ ਰੱਬ ਦੀ ਚਾਹੀਦੀ ਹੈ। ਬੰਦਿਆਂ ਦੀਆਂ ਆਸਾਂ ਤਾਂ ਨਿਰਾਸ਼ ਹੀ ਕਰਦੀਆਂ ਨੇ। ਅੱਗੇ ਸਪਸ਼ਟ ਕਰਨਗੇ ਕਿ ਬੰਦਿਆਂ ਦੀਆਂ ਆਸਾਂ ਦੇ ਵਿੱਚੋਂ ਗੁਰੂ ਖਾਲਸਾ ਜੀ ਸੁੱਖ ਨਹੀਂ ਮਿਲਦਾ, ਉਥੋਂ ਸਿਵਾਏ ਨਿਰਾਸ਼ਾ ਦੇ ਹੋਰ ਕੁਝ ਨਹੀਂ ਖੱਟਣਾ ਪੈਂਦਾ। ਇਸ ਕਰਕੇ ਹੇ ਮੇਰਿਆ ਮਨਾ, ਜੇ ਤੂੰ ਆਪਣੇ ਚਿੱਤ ਵਿੱਚ ਆਸ ਰੱਖਣੀ ਹੈ ਤਾਂ ਉਸ ਹਰੀ ਉੱਪਰ ਅਕਾਲ ਪੁਰਖ ਪਰਮੇਸ਼ਰ ਉੱਤੇ ਆਸ ਰੱਖ, ਜਿਹੜਾ ਮਨ ਚਿੰਦੇ ਤੈਨੂੰ ਅਨੇਕਾਂ ਅਨੇਕਾਂ ਫਲ ਦੇਣ ਵਾਲਾ ਹੈ। ਜੋ ਤੂੰ ਮਨ ਚ ਚਿਤਵ ਲੈਣਾ, ਤੇਰੇ ਮਨ ਚਿਤਵੇ ਹੋਏ ਅਨੇਕਾਂ ਹੀ ਫਲ, ਇੱਕ ਨਹੀਂ, ਫਿਰ ਦੁਬਾਰਾ ਕਹਿੰਦੇ ਅਨੇਕਾਂ ਹੀ ਫਲ ਤੈਨੂੰ ਪ੍ਰਾਪਤ ਹੁੰਦੇ ਨੇ। ਐ ਬੰਦੇ, ਐ ਮਨੁੱਖ, ਐ ਮੇਰਿਆ ਮਨਾ, ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਆਸ ਰੱਖ। ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਜਿਸ ਕੈ ਦੀਐ ਰਹਿ ਅਘਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਉਸ ਨਿਰੰਕਾਰ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦੀ ਆਸ ਹੇ ਮੇਰੇ ਮਨਾ ਤੂੰ ਆਪਣੇ ਹਿਰਦੇ ਵਿੱਚ ਰੱਖ। ਹਰ ਜਾਣੈ ਸਭ ਕਿਛ, ਜੋ ਜੀਏ ਵਰਤੈ, ਪ੍ਰਭ ਕਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਹਰੀ ਜਾਣਦਾ ਹੈ, ਸਭ ਕੁਝ ਜਾਣਦਾ ਹੈ, ਉਹ ਜਾਣੀ ਜਾਣ ਹੈ, ਅੰਤਰਜਾਮੀ ਹੈ। ਤੇਰੇ ਜੀਵ ਵਿੱਚ ਜੋ ਵਰਤਦਾ ਹੈ, ਕਈ ਵਾਰ ਸਾਡੇ ਹਿਰਦੇ 'ਚ ਜੋ ਹੁੰਦਾ ਨਾ, ਅਸੀਂ ਸ਼ਬਦਾਂ ਦੁਆਰਾ ਬਿਆਨ ਕਰਕੇ ਕਿਸੇ ਨੂੰ ਦੱਸ ਨਹੀਂ ਪਾਉਂਦੇ। ਜੋ ਸਾਡੇ ਹਿਰਦੇ 'ਚ ਹੁੰਦਾ ਉਹ ਰਸਨਾ ਤੋਂ ਬਿਆਨ ਨਹੀਂ ਹੋ ਸਕਦਾ ਸਾਡੇ ਕੋਲੋਂ। ਤੇ ਜਦੋਂ ਕਿਸੇ ਨੂੰ ਦੱਸਣਾ ਵੀ ਚਾਹੀਏ ਤੇ ਉਹ ਅਗਲਾ ਬੰਦਾ ਉਸ ਗੱਲ ਦਾ ਹੋਰ ਹੀ ਅਰਥ ਲਾ ਲੈਂਦਾ। ਇਹ ਅਕਸਰ ਹੁੰਦਾ ਨਾ। ਤੇ ਫਿਰ ਉਹ ਜਦੋਂ ਅੱਗੇ ਕਿਤੇ ਗੱਲ ਕਰਾ ਉੱਥੋਂ ਫਿਰ ਸਾਡੇ ਤਾਂ ਹੀ ਆਉਂਦੀ ਹੈ ਤੇ ਆਪਾਂ ਝਟ ਕਹਿੰਦੇ ਆ ਵੀ ਮੈਂ ਤਾਂ ਸੁਭਾਵਕ ਇਹ ਗੱਲ ਕਹੀ ਸੀ, ਉਹਨੇ ਇਹਦਾ ਅੰਦਾਜ਼ਾ ਹੀ ਹੋਰ ਲਾ ਲਿਆ। ਯਾਨੀ ਕਿ ਬਹੁਤ ਕੁਝ ਹੈ ਜੋ ਸਾਡੇ ਮਨ ਵਿੱਚ ਵਰਤਦਾ, ਪਰ ਅਸੀਂ ਉਹਨੂੰ ਬਿਆਨ ਨਹੀਂ ਕਰ ਪਾਉਂਦੇ। ਇਸ ਕਰਕੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਘਰ ਦੇ ਵਿੱਚ ਵੀ ਇਹ ਖੇਡ ਵਰਤਦੀ ਹੈ। ਜੋ ਸਾਡੇ ਮਨੋ ਭਾਵ ਹਨ, ਜੋ ਸਾਡੀ ਮਨੋ ਦਸ਼ਾ ਹੈ, ਉਹ ਅਸੀਂ ਸ਼ਬਦਾਂ ਦੁਆਰਾ ਆਪਣੇ ਮਾਲਕ ਨੂੰ ਬਿਆਨ ਨਹੀਂ ਕਰ ਪਾਉਂਦੇ। ਤਾਂ ਐਸਾ ਨਹੀਂ ਹੈ ਕਿ ਸਾਡਾ ਮਾਲਕ ਜੇ ਅਸੀਂ ਉਹਨੂੰ ਬਿਆਨ ਨਹੀਂ ਕਰ ਪਾਏ ਤਾਂ ਉਹਨੇ ਜਾਣਨਾ ਨਹੀਂ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ, ਸਿੱਖਾ ਇਹ ਭੈ ਆਪਣੇ ਹਿਰਦੇ ਚੋਂ ਕੱਢ ਦੇ ਕਿ ਉਹਨੇ ਤੇਰੇ ਹਿਰਦੇ ਦੀ ਨਹੀਂ ਬੁੱਝੀ, ਨਹੀਂ ਜਾਣੀ। ਉਹ ਜਾਣਦਾ ਹੈ ਜੋ ਤੇਰੇ ਹਿਰਦੇ ਵਿੱਚ ਵਰਤਦਾ ਹੈ। ਹਰ ਜਾਣੈ ਸਭ ਕਿਛ, ਜੋ ਜੀਏ ਵਰਤੈ। ਉਹ ਜਾਣਦਾ ਹੈ ਸਭ ਕੁਝ ਜੋ ਤੇਰੇ ਜੀੜੇ ਵਿੱਚ ਵਰਤਦਾ ਹੈ। ਪ੍ਰਭ ਕਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ। ਉਹ ਰੱਬ ਐਸਾ ਦਿਆਲੂ ਹੈ ਕਿ ਕਿਸੇ ਦੀ ਇੱਕ ਤਿਲ ਮਾਤਰ ਘਾਲੀ ਹੋਈ ਘਾਲਣਾ ਵੀ ਵਿਅਰਥ ਤੇ ਅਜਾਈ ਨਹੀਂ ਜਾਣ ਦਿੰਦਾ। ਤਿਲ ਮਾਤਰ ਘਾਲੀ ਹੋਈ ਘਾਲਣਾ ਵੀ, ਇੱਕ ਤਿਲ ਮਾਤਰ, ਇੰਨਾ ਸਮਾਂ ਵੀ। ਉਹ ਐਸਾ ਦਿਆਲੂ ਤੇ ਕਿਰਪਾਲੂ ਹੈ। ਹਰ ਤਿਸ ਕੀ ਆਸ ਕੀਜੈ ਮਨ ਮੇਰੇ, ਜੋ ਸਭ ਮੈਂ ਸੁਆਮੀ ਰਹਿਆ ਸਮਾਈ। ਹੇ ਭਾਈ, ਉਸ ਹਰੀ ਦੀ ਆਸ ਕਰ ਮੇਰੇ ਮਨਾ। ਉਸ ਹਰੀ ਦੀ ਆਸ ਕਰ ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਵਿਆਪਕ ਹੈ,
ਤੂੰ ਸੰਸਾਰ ਦੇ ਕਿਸੇ ਕੋਨੇ 'ਚ ਬਹਿ ਕੇ ਉਹਦੀ ਆਸ ਰੱਖੇਗਾ, ਉਹ ਉੱਥੇ ਹੀ ਤੇਰੇ ਕੋਲ ਬੈਠਾ ਤੇਰੀ ਆਸਾ ਨੂੰ ਪੂਰਨ ਕਰਨ ਦੀ ਸਮਰੱਥਾ ਰੱਖਦਾ। ਇਹ ਨਹੀਂ ਕਿ ਉਹਦੇ ਕਿਸੇ ਖਾਸ ਵਿਸ਼ੇਸ਼ ਸਥਾਨ ਤੇ ਜਾ ਕੇ ਤੈਨੂੰ ਕਹਿਣਾ ਪਊ। ਉਹ ਸੁਆਮੀ ਹਰ ਜਗ੍ਹਾ ਤੇ ਹਰ ਥਾਂ ਤੇ ਵਿਆਪਕ ਹੈ। ਇਸ ਕਰਕੇ ਉਸ ਸੁਆਮੀ ਦੀ ਆਸ, ਹੇ ਮੇਰਿਆ ਮਨਾ, ਤੂੰ ਆਪਣੇ ਹਿਰਦੇ 'ਚ ਰੱਖ, ਉਹਦੀ ਆਸ ਰੱਖ। ਹਾਂਜੀ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਏ ਮੇਰਿਆ ਮਨਾ, ਜੇ ਆਸਾ ਰੱਖਣੀ ਹੈ ਤਾਂ ਉਸ ਜਗਤ ਦੇ ਈਸ਼ਵਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਆਸ ਰੱਖ, ਜੋ ਸਾਰੇ ਜਗਤ ਦਾ ਸਾਈਂ ਹੈ, ਜੋ ਸਾਰੇ ਜਗਤ ਦਾ ਸੁਆਮੀ ਤੇ ਮਾਲਕ ਹੈ। ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ, ਸਾਨੇ ਫਲ ਆਸ ਸਭ ਬਿਰਥੀ ਜਾਈ। ਜੇ ਹਰੀ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਜੇ ਤੂੰ ਕਿਸੇ ਹੋਰ ਦੀ ਆਸ ਆਪਣੇ ਹਿਰਦੇ 'ਚ ਰੱਖਦਾ ਹੈ ਤਾਂ ਹੇ ਮੇਰਿਆ ਮਨਾ, ਤੇਰੀਆਂ ਉਹ ਸਾਰੀਆਂ ਆਸਾਂ ਨਿਸ਼ਫਲ ਚਲੀਆਂ ਜਾਣ ਵਾਲੀਆਂ ਨੇ, ਉੱਥੋਂ ਤੈਨੂੰ ਕੁਝ ਵੀ ਹਾਸਲ ਨਹੀਂ ਹੋਣਾ। ਨਿਹਪਲਾ ਆਸ ਸਭ ਬਿਰਥੀ ਜਾਈ, ਨਿਸ਼ਫਲ ਚਲੀ ਜਾਏਗੀ ਤੇਰੇ ਅੰਦਰ ਦੀ ਉਹ ਆਸ, ਵਿਅਰਥ ਚਲੀ ਜਾਏਗੀ ਤੇਰੇ ਅੰਦਰ ਦੀ ਉਹ ਆਸ, ਜੇ ਤੂੰ ਉਸ ਰੱਬ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੀ ਆਸ ਰੱਖਦਾ ਹੈ। ਹਾਂਜੀ। ਰਹਾਓ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ, ਤਿਸ ਕੀ ਆਸ ਲਗ ਜਨਮ ਗਵਾਈ। ਕਹਿੰਦੇ ਜਿਹੜਾ ਤੈਨੂੰ ਇਹ ਦਿਸਦਾ ਨਾ ਮਾਇਆ ਦੇ ਮੋਹ ਦਾ ਪਸਾਰਾ, ਜੇ ਕੁਟੰਬ ਸਭ ਤੇ ਰੁਕ ਜਾਵਾਂਗੇ ਫਿਰ ਅਰਥ ਪੂਰਨ ਤੌਰ ਤੇ ਸਪਸ਼ਟ ਹੋ ਜਾਂਦਾ। ਮਤ ਤਿਸ ਕੀ ਆਸ ਲਗ ਜਨਮ ਗਵਾਈ। ਮਤਾ ਆਪਣੇ ਟੱਬਰ ਤੇ ਕੁਟੰਬ ਦੀ ਆਸ ਰੱਖ ਕੇ, ਉਹਨਾਂ ਦੇ ਝੂਠੇ ਮੋਹ ਦੇ ਵਿੱਚ ਫਸ ਕੇ, ਮਤਾ ਕਿਤੇ ਤੂੰ ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਨਿਸ਼ਫਲ ਨਾ ਗਵਾ ਲਵੇਂ, ਕਿਉਂਕਿ ਨਿਸ਼ਫਲ ਬੀਤ ਜਾਏਗਾ। ਜੋ ਦਿਸੈ ਮਾਇਆ ਮੋਹ ਕੁਟੰਬ ਸਭ, ਜਿਹੜਾ ਇਹ ਮਾਇਆ ਦੇ ਮੋਹ ਦਾ ਪਸਾਰਾ ਹੈ ਨਾ, ਉਹਦੇ ਵਿੱਚ ਹੀ ਕੁਟੰਬ ਆਉਂਦਾ ਨਾ, ਟੱਬਰ ਆਉਂਦਾ। ਇਹਦੇ ਪਿੱਛੇ ਲੱਗ ਕੇ ਇਹਦੀ ਆਸ ਰੱਖ ਕੇ ਕਿਤੇ ਆਪਣੇ ਜਨਮ ਨੂੰ ਨਾ ਗਵਾ ਲਈ। ਮਤ ਤਿਸ ਕੀ ਆਸ ਲਗ ਜਨਮ ਗਵਾਈ। ਜਨਮ ਨਾ ਗਵਾ ਲਵੇਂ। ਇਹ ਜਨਮ ਬੜਾ ਕੀਮਤੀ ਹੈ। ਪਤਾ ਨਹੀਂ ਕਿੰਨੀਆਂ ਜੂਨੀਆਂ ਨੂੰ ਭਟਕਣ ਤੋਂ ਬਾਅਦ ਤੈਨੂੰ ਪ੍ਰਾਪਤ ਹੋਇਆ। ਇਹਨੂੰ ਕਿਤੇ ਵਿਅਰਥ ਨਾ ਗਵਾ ਲਈ, ਇਹਨੂੰ ਅਜਾਈ ਨਾ ਗਵਾ ਲਵੇਂ। ਬਾਰ-ਬਾਰ ਨਹੀਂ ਮਿਲਦਾ ਐਸਾ ਜਨਮ। ਇਹ ਹੀਰਿਆਂ ਵਰਗੀ ਦੇਹ ਮੁੜ ਮੁੜ ਕੇ ਪ੍ਰਾਪਤ ਨਹੀਂ ਹੁੰਦੀ। ਦਰਖਤ ਨਾਲੋਂ ਫਲ ਟੁੱਟ ਕੇ ਜ਼ਮੀਨ ਤੇ ਡਿੱਗਿਆ ਹੋਇਆ ਮੁੜ ਉਸ ਦਰਖਤ ਨੂੰ ਨਹੀਂ ਲੱਗਿਆ ਕਰਦਾ। ਬਾਰ-ਬਾਰ ਨਹੀਂ ਇਹ ਮਿਲਣੀ ਕਾਇਆ, ਇਹਨੂੰ ਅਜਾਈ ਨਾ ਗਵਾ ਲਈ ਭਾਈ। ਸੰਭਾਲ ਕੇ ਚੱਲ, ਸੰਭਲ ਕੇ ਚੱਲ। ਤੂੰ ਤਾਂ ਕੁਟੰਬ ਦੀ ਆਸ ਰੱਖੀ ਬੈਠਾ ਹੈ। ਪਾਤਸ਼ਾਹ ਧੰਨ ਗੁਰੂ ਅਮਰਦਾਸ ਤੀਸਰੇ ਗੁਰਦੇਵ ਕਹਿੰਦੇ ਹਨ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰਾ ਨਾਲੇ। ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈ। ਇਸ ਕਰਕੇ ਸੱਜਣਾ, ਇਹ ਝੂਠੇ ਕੁਟੰਬ ਦੇ ਮੋਹ ਵਿੱਚ ਲੱਗ ਕੇ, ਇਹਨਾਂ ਦੀ ਆਸ ਰੱਖ ਕੇ, ਇਹ ਮੇਰੇ ਨੇ, ਮੇਰੇ ਨਾਲ ਨਿਭਣਗੇ, ਇਸ ਭਰਮ ਦੇ ਵਿੱਚ ਲੱਗ ਕੇ ਕਿਤੇ ਆਪਣਾ ਜਨਮ ਨਾ ਗਵਾ ਲਵੇਂ। ਹੋ ਸੰਭਲ ਸੰਭਾਲ ਇਸ ਅੱਜ ਨੂੰ, ਆਪਣੇ ਇਸ ਸਮੇਂ ਨੂੰ ਸੰਭਾਲ। ਆਸਾਂ ਬੜੀਆਂ ਨੇ ਸਾਡੇ ਹਿਰਦੇ ਵਿੱਚ, ਕਈਆਂ ਤੇ ਨੇ,
ਮਾਂ ਨੂੰ ਆਸ ਹੁੰਦੀ ਹੈ ਪੁੱਤ ਤੇ ਵੱਡਾ ਹੋਵੇਗਾ, ਧਨ ਖੱਟ ਕੇ ਕਮਾ ਕੇ ਲਿਆ ਕੇ ਦੇਵੇਗਾ। ਪੁੱਤ ਨੂੰ ਆਸ ਹੁੰਦੀ ਹੈ ਪਿਤਾ ਦੀ, ਤੇ ਪਿਤਾ ਨੂੰ ਪੁੱਤ ਤੇ ਆਸ ਹੁੰਦੀ ਹੈ, ਬੱਚਿਆਂ ਤੇ ਆਸ ਹੁੰਦੀ, ਪਰਿਵਾਰ ਤੇ ਆਸ ਹੁੰਦੀ ਹੈ। ਇਹ ਆਸਾਂ ਸदैवी ਨਹੀਂ ਹਨ, ਸਤ ਨਹੀਂ ਹਨ। ਕਈਆਂ ਨੂੰ ਆਪਣੇ ਬੱਧੇ ਹੋਏ ਹੱਥ ਤੇ ਧਾਗੇ ਤੇ ਹੀ ਆਸ ਹੁੰਦੀ ਹੈ, ਇਹ ਧਾਗਾ ਮੇਰਾ ਸਭ ਕੁਝ ਸਵਾਰ ਦੇਗਾ। ਕਈਆਂ ਨੇ ਬੜਾ ਕੀਮਤੀ ਕੋਈ ਪੰਨਾ ਲੈ ਕੇ, ਕੋਈ ਪੁਖਰਾਜ ਲੈ ਕੇ, ਕੋਈ ਨੀਲਮ ਲੈ ਕੇ, ਕੋਈ ਮੋਤੀ ਲੈ ਕੇ ਛਾਪ 'ਚ ਮੜ ਕੇ ਉਂਗਲ 'ਚ ਪਾਇਆ ਹੁੰਦਾ ਵੀ ਇਹਦੇ ਤੇ ਮੈਨੂੰ ਆਸ ਹੈ। ਤੂੰ ਬੜੇ ਬੜੇ ਆਸਾਂ ਵਾਲੇ ਹੈਨ। ਪਾਤਸ਼ਾਹ ਕਹਿੰਦੇ ਸਾਰੀਆਂ ਆਸਾਂ ਵਿਅਰਥ ਨੇ, ਇਹਨਾਂ ਆਸਾਂ ਵਿੱਚ ਲੱਗ ਕੇ ਤੇਰਾ ਜਨਮ ਵਿਅਰਥ ਬੀਤ ਜਾਣਾ। ਇਸ ਕਰਕੇ ਸਜਣਾ ਉੱਤੇ ਕਹਿ ਆਏ ਨੇ ਕਿ ਉਸ ਰੱਬ ਤੇ ਆਸ ਰੱਖ, ਪਰਮੇਸ਼ਰ ਤੇ ਆਸ ਰੱਖ। ਇਨਕੈ ਕਿਛ ਹਾਥ ਨਹੀਂ ਕਹਾ ਕਰਹਿ ਇਹ ਬੱਪੜੇ, ਇਨਕਾ ਵਾਹਿਆ ਕਛ ਨਾ ਵਸਾਈ। ਇਹਨਾਂ ਦੇ ਕੁਝ ਵੀ ਹੱਥ ਨਹੀਂ ਹੈ, ਇਹ ਬੱਪੜੇ ਵਿਚਾਰੇ ਕੀ ਕਰਨਗੇ। ਇਹਨਾਂ ਦੇ ਹੱਥ ਕੁਝ ਵੀ ਨਹੀਂ। ਜਿਨ੍ਹਾਂ ਤੇ ਤੂੰ ਆਸ ਰੱਖਦਾ ਨਾ, ਮਹਾਰਾਜ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਇਹਨਾਂ ਦੇ ਹੱਥ ਕੁਝ ਹੈ ਹੀ ਨਹੀਂ। ਇਹ ਤਾਂ ਆਪ ਕਾਠ ਦੀਆਂ ਪੁਤਲੀਆਂ ਨੇ, ਇਹ ਤਾਂ ਆਪ ਤਿਵੇਂ ਨੱਚਦੀਆਂ ਨੇ ਜਿਵੇਂ ਪਰਮੇਸ਼ਰ ਨਚਾਉਂਦਾ। ਫਿਰ ਇਹਨਾਂ ਤੇ ਆਸ ਕਾਹਦੀ ਕਰਨੀ ਹੋਈ। ਇਸ ਕਰਕੇ ਕਹਿੰਦੇ ਇਹਨਾਂ ਦੇ ਹੱਥ ਹੈ ਹੀ ਨਹੀਂ ਕੁਝ, ਇਹ ਬੱਪੜੇ ਵਿਚਾਰੇ ਕੀ ਕਰਨਗੇ। ਇਨਕਾ ਵਾਹਿਆ ਕਛ ਨਾ ਵਸਾਈ, ਇਹਨਾਂ ਦਾ ਵਾਹਿਆ ਹੋਇਆ, ਇਹਨਾਂ ਦਾ ਕੀਤਾ ਹੋਇਆ ਕੁਝ ਵੀ ਨਹੀਂ ਹੋਣ ਵਾਲਾ। ਇਹਨਾਂ ਦੇ ਨਾ ਹੀ ਕੁਝ ਵਸ ਵਿੱਚ ਹੈ, ਇਹਨਾਂ ਦੇ ਵਸ ਵਿੱਚ ਕੁਝ ਨਹੀਂ। ਸਭ ਕੁਝ ਉਸ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਵਿਧਾਤੇ ਦੇ ਵਸ ਹੈ। ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ, ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ। ਏ ਮੇਰਿਆ ਮਨਾ ਉਸ ਹਰੀ ਪ੍ਰੀਤਮ ਦੀ ਆਸ ਕਰ, ਆਪਣੇ ਉਸ ਸੁਆਮੀ ਦੀ ਆਸ ਕਰ ਜਿਹੜਾ ਤੈਨੂੰ ਤਾਰੇਗਾ ਔਰ ਤੇਰੇ ਟੱਬਰ ਨੂੰ ਵੀ ਕੁਟੰਬ ਨੂੰ ਵੀ ਨਾਲ ਛਡਾ ਲਵੇਗਾ ਤੇਰੇ। ਉਹਦੇ ਤੇ ਆਸ ਰੱਖ, ਉਹਦੇ ਤੇ ਭਰੋਸਾ ਰੱਖ। ਰੱਖ ਡੋਰੀਆਂ ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਉੱਤੇ, ਔਰ ਆਪਣੇ ਹਿਰਦੇ 'ਚ ਜਾਣ ਕਿ ਸਾਡੇ ਸਾਰਿਆਂ ਦੀ ਡੋਰੀ ਉਸ ਨਿਰੰਕਾਰ ਦੇ ਹੱਥ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ। ਤੇ ਜਦੋਂ ਉਹਦੇ ਤੇ ਆਸ ਰੱਖੇਗਾ, ਪਾਤਸ਼ਾਹ ਕਹਿੰਦੇ ਉਹ ਤੈਨੂੰ ਵੀ ਤਾਰੇਗਾ ਔਰ ਤੇਰਾ ਕੁਟੰਬ ਵੀ, ਤੇਰਾ ਟੱਬਰ ਵੀ ਛੁਡਾ ਲਵੇਗਾ, ਉਹਨੂੰ ਵੀ ਤਾਰ ਲਵੇਗਾ, ਮੁਕਤ ਕਰ ਦੇਵੇਗਾ। ਜੇ ਕਿਛ ਆਸ ਆਵਰ ਕਰਹਿ ਪਰ ਮਿੱਤਰੀ, ਮਤ ਤੂੰ ਜਾਣ ਤੇਰਾ ਕਿਤੈ ਕੰਮ ਆਈ। ਜੇ ਤੂੰ ਆਪਣੇ ਮਨ ਵਿੱਚ ਕਿਸੇ ਬਗਾਨੀ ਆਸ ਨੂੰ ਰੱਖੇ, ਪਰ ਮਿੱਤਰੀ ਦਾ ਇੱਥੇ ਅਰਥ ਮਹਾਂਪੁਰਸ਼ਾਂ ਕੀਤਾ ਵੀ ਮਾਇਆ ਦੀ ਆਸ ਰੱਖਦਾ ਹੈ, ਸੰਸਾਰ ਦੇ ਪਦਾਰਥਾਂ ਦੀ ਆਸ ਰੱਖਦਾ ਹੈ, ਜਾਂ ਪਰਾਏ ਕਿਸੇ ਦੇਵੀ ਦੇਵਤੇ ਦੀ ਆਸ ਰੱਖਦਾ ਹੈ, ਉਸ ਰੱਬ ਦੀ ਆਸ ਨੂੰ ਛੱਡ ਕੇ ਤਾਂ ਮਹਾਰਾਜ ਜੀ ਕਹਿੰਦੇ ਆ ਇਹ ਛੱਡ ਦੇ, ਇਹ ਤੂੰ ਭੁਲੇਖਾ ਹਿਰਦੇ ਚੋਂ ਕੱਢ ਦੇ ਕਿ ਉਹ ਤੇਰੇ ਕਿਤੇ ਕੰਮ ਆਉਣਗੇ। ਆ ਜਿਹੜੀ ਤੂੰ ਮਾਇਆ ਦੀ ਆਸ ਆਪਣੇ ਹਿਰਦੇ 'ਚ ਰੱਖੀ ਬੈਠਾ ਹੈ, ਜੇ ਕਿਛ ਆਸ ਅਵਰ ਕਰਹਿ ਪਰ ਮਿੱਤਰੀ, ਮਾਇਆ ਦੀ ਆਸ ਰੱਖਦਾ ਕਰਦਾ ਵੀ ਇਹ ਮੇਰੇ ਔਖੇ ਵੇਲੇ ਮੇਰੇ ਸਹਾਈ ਹੋ ਜਾਣੀ ਹੈ। ਤੇ ਪਿੱਛੇ ਲੋਕ ਲੱਖਾਂ ਰੁਪਈਆ ਲਈ ਟੁਰਦੇ ਫਿਰਦੇ ਸੀ ਵੀ ਸਾਡੀ ਜਿੰਦ ਬਚ ਜਾਏ, ਕਿਤੇ ਆਕਸੀਜਨ ਨਹੀਂ ਸੀ ਲੱਭਦੀ, ਇਹੋ ਜਿਹਾ ਵਰਤਾਰਾ ਵਰਤਦਾ। ਜੇ ਉਹਦੀ ਆਸ ਸੀ ਉਹਨੇ ਛਡਾ ਤਾਂ ਨਹੀਂ ਲਿਆ। ਉਦੋਂ ਰੱਬ ਦੇ ਅੱਗੇ ਅਰਜ਼ੋਈਆਂ ਕਰਦੇ ਬੰਦੇ ਮਨੁੱਖ, ਹੇ ਵਾਹਿਗੁਰੂ ਤੂੰ ਬਚਾ, ਤੇਰੇ ਬਿਨਾ ਕੋਈ ਰਾਖਾ ਨਹੀਂ। ਪਰਮੇਸ਼ਰ ਵਿਖਾ ਦਿੰਦਾ ਹੈ ਸਭ ਕੁਝ, ਮਨੁੱਖ ਵੇਖ ਵੀ ਲੈਂਦਾ
ਪਰ ਸਮਾਂ ਲੰਘ ਗਿਆ ਫਿਰ ਭੁੱਲ ਜਾਂਦਾ, ਫਿਰ ਵਿਸਰ ਜਾਂਦਾ। ਪਾਤਸ਼ਾਹ ਕਹਿੰਦੇ ਜਿਹੜੀ ਤੂੰ ਮਾਇਆ ਦੀ ਆਸ ਰੱਖੀ ਬੈਠਾ ਨਾ ਪਰ ਮਿੱਤਰੀ ਦੀ, ਮਤ ਤੂੰ ਜਾਣੈ ਤੇਰਾ ਕਿਤੇ ਕੰਮ ਆਈ। ਮਤਾ ਤੂੰ ਜਾਣੇ ਇਹ ਤੇਰੇ ਕਿਤੇ ਕੰਮ ਆਵੇਗੀ। ਨਿਰੰਕਾਰ ਵਿਧਾਤਾ ਪਾਰ ਬ੍ਰਹਮ ਪਰਮੇਸ਼ਰ ਹੀ ਹੈ ਜਿਹੜਾ ਕੋਲ ਹੋ ਕੇ ਤੇਰੀ ਬਾਹ ਫੜ ਕੇ ਘੁੱਟ ਕੇ ਆਪਣੇ ਗਲ ਨਾਲ ਲਾਉਣ ਵਾਲਾ ਹੈ। ਇਹ ਆਸ ਪਰਮਿਤਰੀ ਭਾਉ ਦੂਜਾ ਹੈ, ਖਿਨ ਮਹਿ ਝੂਠ ਬਿਨਸ ਸਭ ਜਾਈ। ਇਹ ਜਿਹੜੀ ਆਸ ਰੱਖੀ ਹੋਈ ਹੈ ਨਾ ਤੂੰ ਮਾਇਆ ਦੇ ਉੱਤੇ ਪਰਾਈ ਤੇ, ਇਹਦੇ ਵਿੱਚ ਲੱਗ ਕੇ ਤੂੰ ਦੂਜੇ ਭਾਵ ਵਿੱਚ ਦੁਬਦਾ ਵਿੱਚ ਉਲਝਿਆ ਹੋਇਆ। ਇਹ ਸਭ ਕੁਝ ਇੱਕ ਖਿਨ ਵਿੱਚ ਝੂਠ ਹੋ ਕੇ ਬਿਨਸਣ ਵਾਲਾ ਹੈ। ਖਿਨ ਮੈਂ ਝੂਠ ਬਿਨਸ ਸਭ ਜਾਈ, ਇੱਕ ਖਿਨ ਵਿੱਚ ਸਭ ਕੁਝ ਬਿਨਸਣ ਵਾਲਾ ਝੂਠ ਹੈ। ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸੱਚ ਕੀ, ਜੋ ਤੇਰਾ ਘਾਲਿਆ ਸਭ ਥਾਏ ਪਾਈ। ਇਹ ਮੇਰਿਆ ਮਨਾ ਹਾਲੇ ਵੀ ਵੇਲਾ, ਡੁੱਲੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ। ਉਸ ਹਰੀ ਪ੍ਰੀਤਮ ਦੀ ਸੱਚੇ ਦੀ ਆਸ ਰੱਖ ਆਪਣੇ ਹਿਰਦੇ ਵਿੱਚ, ਜਿਹੜਾ ਤੇਰੀ ਘਾਲੀ ਹੋਈ ਹਰ ਘਾਲਣਾ ਨੂੰ ਥਾਂ ਪਾਉਣ ਵਾਲਾ, ਤੇਰੀ ਕੀਤੀ ਹੋਈ ਹਰ ਮਿਹਨਤ ਨੂੰ ਫਲ ਲਾਉਣ ਵਾਲਾ, ਬੂਰ ਪਾਉਣ ਵਾਲਾ, ਤੇਰੇ ਬੀਜੇ ਹੋਏ ਹਰ ਬੀਜ ਨੂੰ ਪੁੰਗਰਤ ਕਰਨ ਵਾਲਾ, ਫਲੀਭੂਤ ਕਰਨ ਵਾਲਾ। ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੇ ਆਸ ਰੱਖ, ਉਸ ਨਿਰੰਕਾਰ ਦੇ ਉੱਤੇ ਆਸ ਰੱਖ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ, ਜੈਸੀ ਤੂੰ ਆਸ ਕਰਾਵਹਿ ਤੈਸੀ ਕੋ ਆਸ ਕਰਾਈ। ਮੇਰੇ ਅੰਦਰ ਆਸਾ ਮਨਸਾ ਹੈ ਸੁਆਮੀ ਜੀ ਤੁਹਾਡੇ ਤੇ ਹੈ। ਤੁਸੀਂ ਜਿਹੋ ਜੀ ਆਸ ਸਾਡੇ ਕੋਲੋਂ ਕਰਾਉਂਦੇ ਹੋ, ਕਿਸੇ ਕੋਲੋਂ ਵੀ ਕਰਾਉਂਦੇ ਹੋ, ਉਦਾਂ ਦੀ ਆਸ ਉਹਦੇ ਹਿਰਦੇ 'ਚ ਪੈਦਾ ਹੁੰਦੀ ਹੈ। ਹਾਂਜੀ। ਕਿਛ ਕਿਸੀ ਕੈ ਹੱਥ ਨਾਹੀ ਮੇਰੇ ਸੁਆਮੀ, ਐਸੀ ਮੇਰਾ ਸਤਿਗੁਰ ਬੂਝ ਬੁਝਾਈ। ਮੇਰੇ ਸਤਿਗੁਰਾਂ ਨੇ ਮੈਨੂੰ ਇਹ ਗੱਲ ਬੁਝਾ ਦਿੱਤੀ ਹੈ, ਜਣਾ ਦਿੱਤੀ ਹੈ ਕਿ ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈ ਮੇਰੇ ਸੁਆਮੀ, ਸਭ ਕੁਝ ਤੇਰੇ ਹੱਥ ਵਿੱਚ ਹੈ, ਤੇਰੇ ਕੰਟਰੋਲ ਵਿੱਚ ਹੈ। ਇਹ ਗੱਲ ਮੇਰੇ ਗੁਰੂ ਨੇ ਮੈਨੂੰ ਬੁਝਾਈ ਹੈ, ਜਣਾਈ ਹੈ। ਜਨ ਨਾਨਕ ਕੀ ਆਸ ਤੂੰ ਜਾਣਹਿ, ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਮੇਰੀ ਆਸ ਤਾਂ ਵਾਹਿਗੁਰੂ ਤੂੰ ਜਾਣਦਾ ਹੀ ਹੈ, ਮੈਂ ਕੀ ਆਸ ਰੱਖੀ ਬੈਠਾ। ਤੇ ਮੇਰੇ ਅੰਦਰ ਉਹ ਆਸ ਹੈ ਹੇ ਹਰੀ ਕਿ ਮੈਨੂੰ ਤੇਰੇ ਦਰਸ਼ਨ ਹੋ ਜਾਣ, ਕਿਉਂਕਿ ਤੇਰੇ ਦਰਸ਼ਨ ਕਰਕੇ ਹੀ ਮੈਂ ਰੱਜਦਾ ਹਾਂ, ਤ੍ਰਿਪਤ ਹੁੰਦਾ ਹਾਂ। ਮੇਰੀ ਆਸ ਤਾਂ ਮੇਰੇ ਸਾਹਿਬ ਜੀ ਤੁਸੀਂ ਜਾਣਦੇ ਹੀ ਹੋ ਨਾ। ਮੇਰੀ ਆਸ ਕੀ ਹੈ? ਹਰੀ ਦੇ ਦਰਸ਼ਨ। ਹਰ ਜੀ ਤੁਹਾਡੇ ਦਰਸ਼ਨ ਹੋ ਜਾਣ, ਤੁਹਾਡੇ ਦਰਸ਼ਨਾਂ ਦੀ ਆਸ ਹੈ, ਔਰ ਤੁਹਾਡੇ ਦਰਸ਼ਨ ਕਰਕੇ ਮੈਂ ਤ੍ਰਿਪਤ ਹੋਣਾ ਚਾਹੁੰਦਾ।